ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਰਮ ਪਏ ਨੇ। ਸ਼੍ਰੋਮਣੀ ਅਕਾਲੀ ਦਲ ਨੇ ਇਸ ਪੀਰੀਅਡ ਦੌਰਾਨ 1 ਸਾਲ ਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ। ਕੀ ਸੂਬੇ ਦੇ ਲੋਕਾਂ ਦਾ ਗੁੱਸਾ ਬਾਦਲਾਂ ਪ੍ਰਤੀ ਘਟਿਆ? ਬਾਦਲ ਦਲ ਨੇ ਗੱਠਜੋੜ ਛੱਡਿਆ, ਵਜ਼ੀਰੀ ਛੱਡੀ, ਤੇ ਕੀ ਇਹ ਸਭ ਕੁਝ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੁਝ ਪਿਆ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਾਅਰਾ ਮਾਰਿਆ, ਵਿਰੋਧ ਹੋਇਆ ਤੇ ਉਹਨਾਂ ਨੂੰ ਫਿਰ ਪਦਮ ਵਿਭੂਸ਼ਣ ਇੱਕ ਵੱਡਾ ਖਿਤਾਬ ਵੀ ਵਾਪਸ ਮੋੜਨਾ ਪਿਆ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਜਨਤਾ ਦੇ ਵਿੱਚ ਵਿਚਰਨ ਵਾਸਤੇ, ਜਨਤਾ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਸਤੇ ਗੱਲ ਪੰਜਾਬ ਦੀ ਤਹਿਤ 100 ਦਿਨ ਦੀ ਯਾਤਰਾ 100 ਹਲਕੇ ਕਵਰ ਕਰਨ ਦਾ ਫੈਸਲਾ ਕੀਤਾ, ਲੇਕਿਨ ਵਿਚਾਲੇ ਹੀ ਗੱਲ ਪੰਜਾਬ ਦੀ ਰੋਕਣੀ ਪਈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ। ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਗੱਲ ਕਰਾਂਗੇ। ਗੱਲ ਇਸ ਕਰਕੇ ਕਰਾਂਗੇ ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਟੈਂਡ ਆ ਉਹ ਬਦਲਿਆ। ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਾਅਰਾ ਮਾਰਦੇ ਰਹੇ ਕਿ ਕਾਨੂੰਨ ਬਹੁਤ ਚੰਗੇ ਨੇ, ਕਿਸਾਨੀ ਬਹੁਤ ਲਈ ਲਾਹੇਵੰਦ ਹੋਣਗੇ, ਕਿਸਾਨਾਂ ਦੇ ਦਿਨ ਬਦਲ ਜਾਣਗੇ। ਲੇਕਿਨ ਜਦ ਵਿਰੋਧ ਹੋਇਆ ਔਰ ਪੰਜਾਬ ਦੇ ਕਿਸਾਨਾਂ ਨੇ ਲੰਬੀ ਵਿਖੇ ਜਾ ਕੇ ਬਾਦਲ ਪਰਿਵਾਰ ਦੇ ਘਰ ਬਾਹਰ ਜਾ ਕੇ ਧਰਨਾ ਦਿੱਤਾ ਹੈਗਾ, ਤੇ ਫਿਰ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਟੈਂਡ ਬਦਲਣਾ ਪਿਆ। ਭਾਰਤੀ ਜਨਤਾ ਪਾਰਟੀ ਜਿਹਦੀ ਸੈਂਟਰ ਦੇ ਵਿੱਚ ਸਰਕਾਰ ਹੈ, ਸ਼੍ਰੋਮਣੀ ਅਕਾਲੀ ਦਲ ਭਾਈਵਾਲ ਸੀ। ਪਹਿਲਾਂ 3 ਖੇਤੀ ਕਾਨੂੰਨ ਜਿਹਨੂੰ ਦੇਸ਼ ਦੇ ਕਿਸਾਨ ਕਾਲੇ ਕਾਨੂੰਨ ਕਹਿ ਚੁੱਕੇ ਨੇ, ਉਹ ਆਰਡੀਨੈਂਸ ਦੇ ਰੂਪ ਦੇ ਵਿੱਚ ਪਾਸ ਕੀਤੇ ਗਏ। ਕਰੋਨਾ ਕਾਲ ਸੀ, ਐਡੀ ਕੋਈ ਮਜਬੂਰੀ ਨਹੀਂ ਸੀ ਸੈਂਟਰ ਸਰਕਾਰ ਦੀ, ਕਿਉਂਕਿ ਆਰਡੀਨੈਂਸ ਤਾਂ ਹੀ ਪੇਸ਼ ਕੀਤੇ ਜਾਂਦੇ ਨੇ, ਚਾਹੇ ਵਿਧਾਨ ਸਭਾ ਦੇ ਵਿੱਚ ਚਾਹੇ ਪਾਰਲੀਮੈਂਟ ਦੇ ਵਿੱਚ, ਜਦੋਂ ਬਹੁਤ ਹੀ ਵੱਡੀ ਕੋਈ ਵਿਪਤਾ ਹੋਵੇ ਜਾਂ ਬਹੁਤ ਹੀ ਜ਼ਿਆਦਾ ਕੋਈ ਐਮਰਜੈਂਸੀ ਹੋਵੇ। ਲੇਕਿਨ ਇਸ ਦੇ ਬਾਵਜੂਦ ਇਹ ਬਿੱਲ 3 ਜਿਹੜੇ ਆਰਡੀਨੈਂਸ ਰਾਹੀਂ ਪਾਸ ਕੀਤੇ ਗਏ। ਔਰ ਫਿਰ ਇਹ ਵੀ ਵਿਧਾਨ ਦੇ ਵਿੱਚ ਹੈ ਕਿ ਜੇ 6 ਮਹੀਨੇ ਦੇ ਵਿੱਚ ਫਿਰ ਉਹ ਬਿੱਲ ਦੇ ਰੂਪ ਦੇ ਵਿੱਚ ਪਾਸ ਕਰਾਉਣੇ ਪੈਂਦੇ ਨੇ। ਜੇ ਸਟੇਟ ਕਰਦੀ ਹੈ ਤੇ ਵਿਧਾਨ ਸਭਾ ਦੇ ਵਿੱਚ, ਜੇ ਸੈਂਟਰ ਕਰਦੀ ਤੇ ਪਾਰਲੀਮੈਂਟ ਦੇ ਵਿੱਚ। ਕਰੋਨਾ ਜੋਬਨ ਰੁੱਤੇ ਸੀ, ਕਿਉਂਕਿ ਕਰੋਨਾ ਨੇ ਸਾਡੀ ਪੂਰੀ ਜ਼ਿੰਦਗੀ ਹੀ ਬਦਲ ਦਿੱਤੀ। ਤੇ ਉਸ ਸਾਲ ਤੋਂ ਲੈ ਕੇ 12 ਸਤੰਬਰ ਤੱਕ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸੈਂਟਰ ਦੇ ਵਿੱਚ ਭਾਈਵਾਲ ਸੀ, ਜੋ ਸੈਂਟਰ ਬੋਲੀ ਬੋਲ ਰਿਹਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਬੋਲੀ ਬੋਲ ਰਿਹਾ ਸੀ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਉਹ ਬੋਲੀ ਬੋਲਣੀ ਪੈ ਰਹੀ ਸੀ। ਕੇਂਦਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਾਰੀ ਕੀਤੇ ਹੋਏ ਜਿਹੜੇ 3 ਆਰਡੀਨੈਂਸ ਨੇ, ਉਹਦੇ ਬਾਰੇ ਸਾਡੇ ਵਿਰੋਧੀ ਪਾਰਟੀਆਂ ਨੇ ਪੰਜਾਬ ਵਿੱਚ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾਉਣ ਵਾਸਤੇ। ਤੁਸੀਂ ਦੇਖਿਆ ਕਿ ਸਾਰੇ ਦੇਸ਼ ਵਿੱਚ ਕਿਤੇ ਵੀ ਕਿਸੇ ਕਿਸਾਨ ਯੂਨੀਅਨ ਨੇ, ਭਾਵੇਂ ਸਾਡਾ ਗਵਾਂਢ ਦਾ ਸੂਬਾ ਹਰਿਆਣਾ ਹੀ ਦੇਖ ਲਓ ਜਿਨ੍ਹਾਂ ਦੇ ਹਾਲਾਤ ਪੰਜਾਬ ਵਰਗੇ ਨੇ, ਕਿਤੇ ਵੀ ਕੋਈ ਰੌਲਾ ਰੱਪਾ ਨਹੀਂ ਪਿਆ। ਲੇਕਿਨ ਕੱਲੇ ਇੱਥੇ ਸਾਡੇ ਵਿਰੋਧੀ ਕਾਂਗਰਸੀ ਤੇ ਉਹਨਾਂ ਦੀ B ਟੀਮ ਨੇ ਕਿਸਾਨ ਯੂਨੀਅਨ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਖੱਜਲ ਖੁਆਰ ਕਰਨ ਵਾਸਤੇ, ਭਰਮ ਪੈਦਾ ਕਰਨ ਵਾਸਤੇ ਕੀ ਕੁਝ ਪੰਜਾਬ 'ਚ ਇਹਨਾਂ ਆਰਡੀਨੈਂਸਾਂ ਬਾਰੇ ਕਿਹਾ ਹੈਗਾ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ 3 ਖੇਤੀਬਾੜੀ ਕਾਨੂੰਨ ਪਾਸ ਕੀਤੇ ਗਏ ਨੇ ਸੈਂਟਰ ਸਰਕਾਰ ਨੇ, ਪਹਿਲਾਂ ਆਰਡੀਨੈਂਸ ਦੇ ਰੂਪ ਵਿੱਚ, ਔਰ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਕੀ ਹੋਇਆ, ਰਾਜ ਸਭਾ ਦੇ ਵਿੱਚ ਕੀ ਹੋਇਆ, ਉਹ ਸਾਰਿਆਂ ਕੋਲੋਂ ਕੋਈ ਛੁਪਿਆ ਨਹੀਂ ਆ। ਪਰ ਸ਼੍ਰੋਮਣੀ ਅਕਾਲੀ ਦਲ ਜਾਂ ਅੰਡਰ ਐਸਟੀਮੇਟ ਕਰ ਗਿਆ ਜਾਂ ਅਹਿਸਾਸ ਨਹੀਂ ਕਰ ਪਏ ਕਿ ਇਹ ਜਿਹੜਾ ਵਿਰੋਧ ਆ, ਇੱਥੋਂ ਤੱਕ ਵਿਰੋਧ ਦਾ ਜਿਹੜਾ ਕਿਸਾਨਾਂ ਦਾ ਗੁੱਸਾ ਉਹ ਦੇਸ਼ ਭਰ ਦੇ ਵਿੱਚ ਫੈਲ ਜਾਏਗਾ। ਔਰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਸੀ ਕਿ ਜਿਹੜੀ ਪੇਂਡੂ ਪੰਜਾਬ ਹੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੀ, ਕਿਉਂਕਿ 19 ਕੀ ਸੀਟਾਂ ਨੇ ਕਰੀਬ ਜੋ ਸ਼ਹਿਰੀ ਸੀਟਾਂ ਨੇ, ਬਾਕੀ ਜਿਹੜਾ ਪੰਜਾਬ ਆ ਉਹ ਪਿੰਡਾਂ ਦੇ ਵਿੱਚ ਵੱਸਦਾ। ਸ਼ਹਿਰੀ ਵੋਟਾਂ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਸੀ, ਤੇ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਉੱਥੇ ਗਲਤੀ ਕਰ ਬੈਠਾ ਕਿ ਜਿਹੜੀ ਤੁਹਾਡੀ ਬੈਕਬੋਨ ਆ, ਜਿਹੜਾ ਪੇਂਡੂ ਭਾਈਚਾਰਾ ਤੁਹਾਡਾ ਬੈਕਬੋਨ ਆ, ਜਿਹੜੇ ਕਿਸਾਨ ਤੁਹਾਡੀ ਬੈਕਬੋਨ ਆ, ਤੁਹਾਡੀ ਰੀੜ੍ਹ ਦੀ ਹੱਡੀ ਸੀ, ਤੁਸੀਂ ਉਹਨਾਂ ਨੂੰ ਨਾਰਾਜ਼ ਕਰ ਲਿਆ। ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਦਿਆਂ ਜਿਹੜੀ ਉਹਨਾਂ ਦੀ ਕਿਸਾਨੀ ਰੀੜ੍ਹ ਦੀ ਹੱਡੀ ਸੀ
ਉਹ ਨਾ ਸ਼੍ਰੋਮਣੀ ਅਕਾਲੀ ਦਲ ਨੇ ਆਪੇ ਤੁੜਵਾ ਲਈ। ਪਰ ਜਦੋਂ ਵਿਰੋਧ ਜਾਰੀ ਰਿਹਾ, ਹਲਕੇ 'ਚ ਜਾਣਾ ਮੁਸ਼ਕਿਲ ਹੋ ਗਿਆ, ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੂਰੀ 360 ਡਿਗਰੀ ਤੇ ਯੂ ਟਰਨ ਲੈਣਾ ਪਿਆ। ਪਹਿਲੀ ਵਾਰ 12 ਸਤੰਬਰ 2020 ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਜਾਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਹੋਣ ਜਾਂ ਸਮੁੱਚਾ ਅਕਾਲੀ ਦਲ, ਉਹ ਇੱਕੋ ਗੱਲ ਤੇ ਸਟੈਂਡ ਕਰ ਰਹੇ ਸੀ ਲਗਾਤਾਰ ਕਰੀਬ 1 ਸਾਲ ਕਿ ਨਹੀਂ ਬਿੱਲ ਚੰਗੇ ਨੇ, ਬਿੱਲ ਚੰਗੇ ਨੇ, ਬਿੱਲ ਚੰਗੇ ਨੇ। ਸੁਖਬੀਰ ਸਿੰਘ ਬਾਦਲ ਨੇ 12 ਸਤੰਬਰ 2020 ਤੋਂ ਪਹਿਲਾਂ ਲਗਾਤਾਰ 5 ਪ੍ਰੈਸ ਕਾਨਫਰੰਸ ਕੀਤੀਆਂ, ਚੰਡੀਗੜ੍ਹ ਹੈੱਡਕੁਆਟਰ, ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਕੀਤੀਆਂ, ਉਹਨੇ ਦਿੱਲੀ ਵੀ ਕੀਤੀ ਹੋਏਗੀ ਕਿ ਨਹੀਂ ਬਿੱਲ ਅੱਛੇ ਨੇ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਲੇਕਿਨ ਫਿਰ 360 ਡਿਗਰੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਯੂ ਟਰਨ ਮਾਰਦਾ। इस सरकार की कान बंद है, आंख बंद है और मुंह भी बंद है, और दुनिया में सब उस अन्नदाता के साथ जुड़े हुए हैं जो बिल्कुल पीसफुल तरीके से, चाहे कोई टीचर हो, लॉयर हो, डॉक्टर हो, नौजवान हो, कोई दुकानदार हो, सब उनके साथ संवेदना रख के 2.5 महीने से उनके बीच में उधर गए और उन्होंने अपना सपोर्ट दिया। लेकिन कितनी हैरानी की बात है कि जिसको वो अपनी संवेदना बताना चाहते हैं, अपना दर्द बताना चाहते हैं, इस सरकार का एक नुमाइंदा उन तक पहुंच नहीं कर सका। आज उस आंदोलन में 100 किसान ने अपनी जान कुर्बान कर दी, शहीद कर दी अपनी आवाज सुनाने के लिए, लेकिन उनकी कुर्बानी का सर ये इंसान है, ये हिंदुस्तानी है, ये हमारे अन्नदाता है जो 150 से ज्यादा मर गए हैं, लेकिन राष्ट्रपति अभिभाषण में इनके बारे में एक संवेदना की लाइन नहीं। सरकार ਨੂੰ ਇੱਕ ਗੱਲ ਕਹਿਤੀ ਸੀ ਕਿ ਜੇ ਤੁਸੀਂ ਬਗੈਰ ਕੋਈ ਚੇਂਜ, ਬਗੈਰ ਕੋਈ ਚੀਜ਼ ਕੀਤੇ ਤੁਸੀਂ ਜੇ ਐਕਟ ਲੈ ਕੇ ਆਉਂਗੇ, ਫਿਰ ਅਸੀਂ ਐਕਟ ਦੀ ਸਪੋਰਟ ਨਹੀਂ ਕਰ ਸਕਦੇ, ਅਸੀਂ ਐਕਟ ਦੇ ਖਿਲਾਫ ਵੋਟ ਪਾਵਾਂਗੇ। ਪਰ ਜਦੋਂ ਐਕਟ ਅਸੈਂਬਲੀ 'ਚ ਅਸੀਂ ਕੋਸ਼ਿਸ਼ ਵੀ ਕੀਤੀ ਕਿ ਐਕਟ ਨੂੰ ਅੱਗੇ ਪੋਸਟਪੋਨ ਕੀਤਾ ਜਾਏ, ਕੋਈ ਸਿਲੈਕਟ ਕਮੇਟੀ ਪਾਰਲੀਮੈਂਟ 'ਚ ਭੇਜਿਆ ਜਾਏ, ਜਿਸ ਨਾਲ ਆਮ ਜਿਹੜੇ ਲੋਕ ਹੈ, ਕਿਸਾਨ, ਉਹਨਾਂ ਦੀ ਭਾਵਨਾ ਉਹ ਕਮੇਟੀ ਸਮਝ ਕੇ ਜੋ ਸੋਧ ਕਰਨਾ ਪਏ ਉਹ ਸੋਧ ਕਰ ਸਕੇ। ਪਰ ਉਹਨਾਂ ਨੇ ਨਾ ਐਕਟ ਪਾਰਲੀਮੈਂਟ ਕਮੇਟੀ ਨੂੰ ਭੇਜਿਆ, ਨਾ ਕੀਤਾ ਕਿ ਹੋਰ ਕੀਤਾ। ਜਾਇਜ਼ਾ ਐਕਟ ਬਣ ਕੇ, ਜਾਇਜ਼ਾ ਆਰਡੀਨੈਂਸ ਬਣ ਕੇ ਆਇਆ ਸੀ, ਉਵੇਂ ਹੀ ਐਕਟ ਪੇਸ਼ ਕਰਤਾ। ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ, ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਗਰੀਬ ਕਿਸਾਨਾਂ ਦੀ ਪਾਰਟੀ ਹੈ, ਮਜ਼ਦੂਰਾਂ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ। ਅਸੀਂ ਕੋਈ ਉਸ ਚੀਜ਼ ਦਾ ਸਮਰਥਨ ਨਹੀਂ ਕਰ ਸਕਦੇ ਜਿਹੜੀ ਸਾਡੇ ਪੰਜਾਬੀ ਜਿਹਨਾਂ ਨੂੰ ਨਹੀਂ ਪਸੰਦ ਕਰਦੇ। ਤਾਂ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ। ਤੇ ਨਾਲੇ ਕਿਉਂਕਿ ਇਹ ਸਰਕਾਰ ਨੇ ਐਕਟ ਪੂਰੇ ਪ੍ਰੈਸ਼ਰ ਨਾਲ ਪਾਸ ਕੀਤਾ, ਅਸੀਂ ਸਮਝਿਆ ਕਿ ਅਸੀਂ ਉਸ ਸਰਕਾਰ ਦਾ ਨਹੀਂ ਬਣ ਸਕਦੇ। ਤਾਂ ਅਸੀਂ ਜਿਹੜੀ ਸਾਡੀ ਮਿਨਿਸਟਰ ਹੈ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਮੈਂ ਪਾਰਲੀਮੈਂਟ 'ਚ ਅਨਾਉਂਸ ਕੀਤਾ। ਔਰ ਇਹ ਵੀ ਇੱਕ ਇਤਫਾਕ ਆ, ਜੋ ਵੀ ਕੁਝ ਹੋਇਆ ਸਤੰਬਰ ਦੇ ਮਹੀਨੇ ਦੇ ਵਿੱਚ ਹੋਇਆ। 12 ਸਤੰਬਰ ਤੋਂ ਲੈ ਕੇ ਅਕਾਲੀ ਦਲ ਦੇ ਯੂ ਟਰਨ ਇੰਨੇ ਜ਼ਿਆਦਾ ਹੋਏ ਕਿ ਹੱਦੋਂ ਹੀ ਵੱਧ ਹੋ ਗਏ। 12 ਸਤੰਬਰ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ, ਇਸ ਕਰਕੇ ਅਸੀਂ ਕਹਿ ਰਹੇ ਕਿ 12 ਸਤੰਬਰ 2020 ਤੋਂ ਲੈ ਕੇ 12 ਸਤੰਬਰ 2021 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਤੰਬਰ ਦਾ ਮਹੀਨਾ ਕਿੰਨਾ ਚੰਗਾ ਰਿਹਾ, ਕਿੰਨਾ ਸੁਲੱਖਣਾ ਰਿਹਾ, ਕਿੰਨਾ ਅਭਾਗਾ ਰਿਹਾ ਤੇ ਕਿੰਨਾ ਵਡਭਾਗਾ ਰਿਹਾ, ਤੇ ਕਿੰਨਾ ਚੰਗਾ ਰਿਹਾ ਤੇ ਕਿੰਨਾ ਮਾੜਾ ਰਿਹਾ। ਇਸ ਕਰਕੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਹ ਪਿਛਲੇ 1 ਸਾਲ ਖੇਤੀ ਕਾਨੂੰਨਾਂ ਨੂੰ ਜੋੜ ਕੇ ਗੱਲ ਕਰ ਰਹੇ ਹਾਂ ਕਿ 12 ਸਤੰਬਰ ਨੂੰ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰੈਸ ਕਾਨਫਰੰਸ ਕਰਕੇ ਕੋਰ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਇਹ ਦੱਸਣਾ ਪਿਆ ਸੀ ਕਿ ਸੈਂਟਰ ਸਰਕਾਰ ਨੂੰ ਕਿਸਾਨਾਂ ਦੀ ਸੁਣ ਲੈਣੀ ਚਾਹੀਦੀ ਆ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਸੁਰ ਬਦਲ ਗਏ ਸੀ ਕਿ ਮਜਬੂਰ ਹੋਣਾ ਪਿਆ ਸੀ ਅਕਾਲੀ ਦਲ ਨੂੰ ਕਿ ਜੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਆ ਤੇ ਜਿਹੜੀ ਰੀੜ੍ਹ ਦੀ ਹੱਡੀ ਆ ਸ਼੍ਰੋਮਣੀ ਅਕਾਲੀ ਦਲ ਦੀ, ਕਿਸਾਨੀ ਆ ਜਾਂ ਪੇਂਡੂ ਭਾਈਚਾਰਾ ਜਾਂ ਹੋਰ ਭਾਈਚਾਰਾ ਹੈਗਾ ਜਿਹੜਾ ਸਿੱਧਾ ਖੇਤੀ ਨਾਲ ਜੁੜਿਆ ਹੈਗਾ ਜਾਂ ਸਿੱਧਾ ਜਾਂ ਅਸਿੱਧੇ ਤੌਰ ਤੇ, ਉਹ ਜਿਹੜੇ ਵੋਟ ਬੈਂਕ ਕਾਫੀ ਨਾਰਾਜ਼ ਹੋ ਚੁੱਕੀ ਸੀ। ਇਸ ਕਰਕੇ ਅਕਾਲੀ ਦਲ ਨੂੰ ਯੂ ਟਰਨ ਲੈਣਾ ਪਿਆ, ਸੁਰ ਬਦਲਣੀ ਪਈ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਨਹੀਂ ਮੰਨੀ ਕਿ ਜਿਨ੍ਹਾਂ ਨੇ ਬਿੱਲ ਕਰੋਨਾ ਕਾਲ ਦੇ ਵਿੱਚ ਪਾਸ ਕਰਵਾਏ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਕਿਉਂ ਮੰਨਦਾ। ਜਿਹਦੇ ਕੋਲ 303 ਸੀਟਾਂ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ 2 ਸੀਟਾਂ ਦੇ ਨਾਲ ਕੀ ਕਰਦਾ। ਜਿਨ੍ਹਾਂ ਦੀ ਪੂਰੀ ਕੈਬਨਿਟ ਮੰਤਰੀ ਦੇ ਵਿੱਚ ਬੀਜੇਪੀ ਦੇ ਲੋਕ ਸੀ
ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀ ਵਜ਼ੀਰੀ ਕਿੰਨੀ ਕੀ ਇੰਪੋਰਟੈਂਟ ਸੀ ਭਾਰਤੀ ਜਨਤਾ ਪਾਰਟੀ ਵਾਸਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਜਿਹੜੇ ਹੋਰ ਗੱਠਜੋੜ ਸੀ, ਚਾਹੇ ਉਹਦੇ ਸ਼ਿਵ ਸੈਨਾ ਸੀ, ਉਹ ਵੀ ਨਾਤਾ ਤੋੜ ਚੁੱਕੇ ਸਨ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਕੁਛ ਕਰਨਾ ਪਿਆ ਤੇ ਫਿਰ 17 ਸਤੰਬਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ। 12 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਜਨਤਕ ਤੌਰ ਤੇ ਕੀਤਾ ਜਾਂਦਾ ਕਿ ਸੈਂਟਰ ਸਰਕਾਰ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਆ। ਸੁਰ ਬਦਲੀ ਗਈ ਕਿ ਬਿੱਲ ਨਹੀਂ ਸਹੀ, ਜੇ ਕਿਸਾਨ ਕਹਿੰਦੇ ਕਿ ਬਿੱਲ ਮਾੜੇ ਨੇ ਤੇ ਸੈਂਟਰ ਨੂੰ ਵਾਪਸ ਲੈਣੇ ਚਾਹੀਦੇ ਨੇ, ਪਰ ਭਾਰਤੀ ਜਨਤਾ ਪਾਰਟੀ ਨੇ ਨਹੀਂ ਮੰਨੀ। 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੈਂਟਰ ਤੇ ਦਬਾਅ ਬਣਾਉਣ ਵਾਸਤੇ, ਦਬਾਅ ਪਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਤੀਰ ਛੱਡਿਆ ਉਹ ਸੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਇਹ ਮਹਿਸੂਸ ਕਰ ਰਿਹਾ ਸੀ ਅਕਾਲੀ ਦਲ ਕਿ ਜਦ ਹਰਸਿਮਰਤ ਕੌਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਹਿੱਸੇ ਦੀ ਵਜ਼ੀਰੀ ਛੱਡੇਗੀ ਤੇ ਭਾਰਤੀ ਜਨਤਾ ਪਾਰਟੀ ਝੁਕੇਗੀ, ਜਾਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਮਨਾਉਣ ਦਾ ਯਤਨ ਕਰੇਗੀ। ਲੇਕਿਨ ਇਸ ਤਰ੍ਹਾਂ ਦਾ ਹੋਇਆ ਨਹੀਂ। ਜੋ ਸੋਚਿਆ ਉਹ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਕਿ ਜੋ ਸੋਚੋ ਨਹੀਂ ਹੁੰਦਾ, ਜੋ ਹੋਣਾ ਹੁੰਦਾ ਵਾ ਉਹਦੀ ਸੋਚਣ ਦੀ ਲੋੜ ਨਹੀਂ ਪੈਂਦੀ। 17 ਸਤੰਬਰ ਨੂੰ ਅਸਤੀਫਾ ਦਿੰਦੇ ਨੇ ਹਰਸਿਮਰਤ ਕੌਰ ਬਾਦਲ ਜੀ। ਉਸੇ ਰਾਤ ਜਿੰਨੇ ਕਾਲੇ ਸ਼੍ਰੋਮਣੀ ਅਕਾਲੀ ਦਲ ਸੀ, ਉਸ ਤੋਂ ਕਾਲੇ ਪਹਿਲਾਂ ਹੀ ਬੈਠੇ ਸੀ ਕਿ ਤੁਸੀਂ ਅਸਤੀਫਾ ਤੇ ਭੇਜੋ, ਅਸੀਂ ਤੇ ਪ੍ਰਵਾਨ ਕਰਨ ਨੂੰ ਤਿਆਰ ਹਾਂ। ਤੇ ਉਸੇ ਰਾਤ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਉਹ ਅਸਤੀਫਾ ਅਕਾਲੀ ਮੰਤਰੀ ਜਿਹੜੇ ਸੈਂਟਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੇ ਨੇ। ਫਿਰ ਅਕਾਲੀ ਦਲ ਨੇ ਦੂਜਾ ਤੀਰ ਛੱਡਿਆ। ਇੱਕ ਹੋਰ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ 26 ਤਰੀਕ ਦੀ। ਉਹ ਮੀਟਿੰਗ ਰਾਤ ਦੇ 10:30 ਵਜੇ ਤੱਕ ਚੱਲਦੀ ਰਹੀ ਹੈਗੀ ਤੇ ਉਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਜਾਂਦਾ ਹੈਗਾ। 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨ ਦਾ ਫੈਸਲਾ ਕਰ ਦਿੰਦਾ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਚਕਾਰਲਾ ਮੇਲ ਸੀ, ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਉਹ 26 ਸਾਲ ਬਾਅਦ ਟੁੱਟ ਗਿਆ। ਜਿਹੜਾ 1996 ਤੋਂ ਬਿਨਾਂ ਕਿਸੇ ਸ਼ਰਤ ਤੋਂ ਉਹ ਗੱਠਜੋੜ ਚੱਲਦਾ ਆ ਰਿਹਾ ਸੀ, ਉਹ ਕਿਸਾਨੀ ਖੇਤੀ ਕਾਨੂੰਨਾਂ ਲੈ ਕੇ ਉਹ ਤੋੜਨਾ ਪਿਆ। ਤੋੜਿਆ ਨਹੀਂ, ਤੋੜਨਾ ਪਿਆ, ਕਿਉਂਕਿ 17 ਸਤੰਬਰ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਜੀ ਦੀਆਂ ਕਈ ਸਟੇਟਮੈਂਟ ਆਈਆਂ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਕਈ ਸਟੇਟਮੈਂਟ ਆਈਆਂ ਸੀ, ਬਿੱਲ ਚੰਗੇ ਨੇ, ਬਿੱਲ ਚੰਗੇ ਨੇ, ਬਿੱਲ ਚੰਗੇ ਨੇ। ਲੇਕਿਨ ਉਸ ਤੋਂ ਬਾਅਦ ਕਿਹਾ ਬਿੱਲ ਮਾੜੇ ਨੇ, ਬਿੱਲ ਮਾੜੇ ਨੇ। ਪ੍ਰੋਟੈਸਟ ਕਰਦੇ ਵੀ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਔਰ ਹਰਸਿਮਰਤ ਕੌਰ ਬਾਦਲ ਜੀ। ਕਣਕ ਦੀਆਂ ਬੱਲੀਆਂ ਲੈ ਕੇ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਜਾਂ ਹੋਰ ਪਾਰਟੀਆਂ ਦੇ ਐਮਪੀ ਉਹਨਾਂ ਨੂੰ ਦਿਖਾਉਂਦੇ ਰਹੇ ਕਿ ਦੇਸ਼ ਦੀ ਪਛਾਣ ਆ, ਇਹ ਪੰਜਾਬ ਦੀ ਪਛਾਣ ਆ। ਕਣਕ ਜਾਂ ਖੇਤੀ ਇੱਕ ਸਿੰਬਲ ਦਿਖਾਇਆ ਗਿਆ ਕਿ ਖੇਤੀ ਤੋਂ ਬਗੈਰ ਪੰਜਾਬ ਨਹੀਂ, ਪੂਰਾ ਦੇਸ਼ ਹੀ ਅਧੂਰਾ। ਜੇ ਕਿਸਾਨ ਨੂੰ ਅਸੀਂ ਮਾਰਤਾ ਤਾਂ ਲਾਜ਼ਮੀ ਤੌਰ 'ਤੇ ਬਚਣਾ ਦੇਸ਼ ਵੀ ਨਹੀਂ ਆ। ਫਿਰ ਸਭ ਤੋਂ ਵੱਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣਾ ਜਿਹੜਾ ਮਾਸਟਰ ਸਟਰੋਕ ਸੀ, ਜਾਂ ਜਿਹੜੇ ਟਰਬਲ ਸ਼ੂਟਰ ਸੀ, ਜਾਂ ਜਿਹੜੇ ਸਿਆਸਤ ਦੇ ਬਾਬਾ ਬੋੜ ਕਹਿ ਲਓ ਜਾਂ ਘਾਗ ਨੇਤਾ ਕਹਿ ਲਓ, ਜਿਨ੍ਹਾਂ ਦਾ ਕੋਈ ਮੈਚ ਨਹੀਂ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਵੀ ਅਕਾਲੀ ਦਲ ਨੇ ਝਟਕੇ ਦੇ ਨਾਲ ਉਹ ਜਿਹੜੇ ਟਰਬਲ ਸ਼ੂਟਰ ਸਨ ਜਾਂ ਮਾਸਟਰ ਸਟਰੋਕ ਸਨ ਉਹ ਵਿਅਰਥ ਕਰ ਲਏ। ਜਿਹੜਾ ਕਿਉਂਕਿ ਪੰਜਾਬ ਦੀ ਸਿਆਸਤ ਹੋਵੇ ਜਾਂ ਦੇਸ਼ ਦੀ ਸਿਆਸਤ ਹੋਵੇ, ਜੋ ਬਾਦਲ ਸਾਹਿਬ ਤੀਰ ਛੱਡਦੇ ਹੈਗੇ ਨੇ, ਉਹ ਤੀਰ ਬਹੁਤ ਹੀ ਮਹੱਤਵਪੂਰਨ ਹੁੰਦਾ ਕਿ ਉਹ ਤੀਰ ਦੇ ਨਾਲ ਕਈ ਨਿਸ਼ਾਨੇ ਲੱਗਦੇ ਨੇ, ਉਸ ਤੀਰ ਦੇ ਨਾਲ ਕਈ ਜ਼ਖਮੀ ਹੁੰਦੇ ਨੇ। ਲੇਕਿਨ ਪਤਾ ਨਹੀਂ ਕਿਉਂ ਕਿਸੇ ਦਬਾਅ ਹੇਠ ਜਿਹੜਾ ਬਾਦਲ ਸਾਹਿਬ ਦਾ ਉਹ ਤੀਰ ਸੀ ਉਹ ਕਿਉਂ ਖੁੰਡਾ ਕੀਤਾ ਗਿਆ। ਮੈਨੂੰ ਬੜਾ ਅਫਸੋਸ ਹੈ, ਦੁੱਖ ਹੁੰਦਾ ਹੈ ਕਿ ਅੱਜ ਕੱਲ੍ਹ ਪੋਲੀਟਿਕਸ ਇਹੀ ਜਿਹੀ ਹੋ ਗਈ ਹੈ ਕਿ ਉਹ ਐਕਸਪਲੋਇਟ ਕਰਦੇ ਰਹਿੰਦੇ ਲੋਕਾਂ ਨੂੰ। ਹੁਣ ਅਮਰਿੰਦਰ ਸਿੰਘ ਆ ਜੋ ਆਰਡੀਨੈਂਸ ਹੈ ਦਿੱਲੀ ਹੋਇਆ ਹੈ, ਇੱਕ ਮੈਂ ਇੱਕ ਸਪਸ਼ਟ ਗੱਲ ਕਰਨੀ ਚਾਹੁੰਦਾ। ਹੁਣ ਬਿਆਨ ਵੀ ਦੇਤਾ ਐਗਰੀਕਲਚਰ ਮਿਨਿਸਟਰ ਨੇ ਕਿ ਕਦੇ ਹੋ ਹੀ ਨਹੀਂ ਸਕਦਾ ਕਿ MSP ਜਿਹੜੀ ਕੋਈ ਖਤਮ ਹੋ ਜਾਏ। ਉਹਦਾ ਲੈਟਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੈ ਲਿਆ ਤੇ ਕਦੇ ਮੋਦੀ ਸਾਹਿਬ ਨਾਲ ਹੋਰ ਸਾਰਿਆਂ ਨਾਲ ਵੀ ਬੜੇ ਇਸ ਚੀਜ਼ ਤੇ ਹਨ ਕਿ ਕਿਸਾਨੀ ਨੂੰ ਜ਼ਿੰਦਾ ਰੱਖਣ ਵਾਸਤੇ, ਕਿਸਾਨੀ ਨੂੰ ਮਜ਼ਬੂਤ ਕਰਨ ਵਾਸਤੇ ਇਹ MSP ਜਿਹੜੀ ਹੈ ਇਹ ਕਾਇਮ ਰੱਖਣੀ ਚਾਹੀਦੀ ਹੈ। ਔਰ ਇਹਦੀ ਸਾਰੀ ਫਸਲ
MSP ਦੇ ਰੇਟ ਤੇ ਖਰੀਦੀ ਜਾਣੀ ਚਾਹੀਦੀ ਹੈ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ, ਉਹਨਾਂ ਨੂੰ ਬੇਨਤੀ ਕਰਨਾ ਕਿ ਇਹ ਗੁੰਮਰਾਹਕੁਨ ਪ੍ਰੋਪੇਗੈਂਡਾ ਜਿਹੜਾ ਹੈ ਇਹ ਦੂਜੀਆਂ ਪਾਰਟੀਆਂ ਕਰਦੀਆਂ ਹੈ। ਇਹ ਇੱਕ ਪ੍ਰੋਪੇਗੈਂਡਾ ਹੈ, ਇਹਦੇ 'ਚ ਕੋਈ ਸਦਾਕਤ ਨਹੀਂ। ਔਰ ਜੇ ਕਦੇ ਹਿੱਤਾਂ ਵਾਸਤੇ ਲੜਾਈ ਲੜਨੀ ਹੈ ਜਾਂ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਲੜੂਗਾ ਤੇ ਇਹੀ ਲੜਦਾ। ਉਹਦੇ ਨਾਲ ਨਾ ਪੰਜਾਬ ਦੀ ਜਨਤਾ ਦਾ ਇਲਾਜ ਹੋਇਆ, ਨਾ ਸੈਂਟਰ ਜ਼ਖਮੀ ਹੋਇਆ, ਕਿਉਂਕਿ ਬਾਦਲ ਸਾਹਿਬ ਦੀ ਵੀ ਅਕਾਲੀ ਦਲ ਨੇ ਸਟੇਟਮੈਂਟ ਦਵਾਤੀ ਸੀ ਕਿ ਬਿੱਲ ਬਹੁਤ ਚੰਗੇ ਨੇ, ਇਹਦੇ ਨਾਲ ਕਿਸਾਨਾਂ ਦੀ ਜ਼ਿੰਦਗੀ ਬਦਲ ਜਾਊਗੀ, ਕਿਸਾਨਾਂ ਦਾ ਭਵਿੱਖ ਉਜਵਲ ਹੋ ਜਾਊਗਾ। ਉਹ ਜਿਹੜਾ ਮਾਸਟਰ ਸਟ੍ਰੋਕ ਸੀ ਉਹ ਅਕਾਲੀ ਦਲ ਨੇ ਖੁਦ ਹੀ ਖਤਮ ਕਰ ਲਿਆ। ਨਹੀਂ ਤੇ ਇਹ ਜਿਹੜੇ ਹਾਲਾਤ ਜਿਸ ਤਰ੍ਹਾਂ ਬਣੇ ਸੀ ਉਸ ਮੌਕੇ, ਅਗਰ ਬਾਦਲ ਸਾਹਿਬ ਆਪਣੀ ਕਮਾਨ 'ਚੋਂ ਤੀਰ ਛੱਡਦੇ ਤੇ ਲਾਜ਼ਮੀ ਤੌਰ 'ਤੇ ਸੈਂਟਰ ਸਰਕਾਰ ਜ਼ਖਮੀ ਹੋਣੀ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਜ਼ਖਮੀ ਹੋਣੇ ਸੀ, ਦੇਸ਼ ਦੇ ਗ੍ਰਹਿ ਮੰਤਰੀ ਜ਼ਖਮੀ ਹੋਣੇ ਸੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜ਼ਖਮੀ ਹੋਣੇ ਸੀ। ਲੇਕਿਨ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਕਿ ਬਾਦਲ ਸਾਹਿਬ ਕੋਲੋਂ ਜਿਹੜੇ ਬਿੱਲਾਂ ਦੀ ਤਾਰੀਫ ਕਰਾਈ ਗਈ ਨਾ, ਉਹ ਪ੍ਰੈਸ਼ਰ ਹੇਠ ਕਰਵਾਈ ਗਈ। ਨਹੀਂ ਤੇ ਬਾਦਲ ਸਾਹਿਬ ਇਸ ਤਰ੍ਹਾਂ ਦੀ ਕਦੀ ਵੀ ਗਲਤੀ ਨਹੀਂ ਕਰਦੇ। ਜੋ ਬਾਦਲ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹਦੇ ਨੇ, ਚੰਗੀ ਤਰ੍ਹਾਂ ਸੁਣਦੇ ਨੇ, ਜਾਂ ਬਾਦਲ ਸਾਹਿਬ ਦੀ ਸਿਆਸਤ ਨੂੰ ਜਿਹੜੇ ਚੰਗੀ ਤਰ੍ਹਾਂ ਵੇਖ ਚੁੱਕੇ ਨੇ। ਹਾਲਾਤ ਇਹ ਹੋਏ ਕਿ ਫਿਰ ਜਿਸ ਤਰ੍ਹਾਂ ਪਹਿਲਾਂ ਬਾਦਲ ਸਾਹਿਬ ਨੇ ਖੁਸ਼ੀ ਦੇ ਨਾਲ ਖੇਤੀ ਕਾਨੂੰਨਾਂ ਦੀ ਤਾਰੀਫ ਕੀਤੀ ਸੀ, ਫਿਰ ਉਹਨਾਂ ਬੋਲਾਂ ਦੇ ਨਾਲ ਬਾਦਲ ਸਾਹਿਬ ਨੂੰ ਕੌੜਾ ਘੁੱਟ ਭਰਨਾ ਪਿਆ, ਕਿਉਂਕਿ ਫਿਰ ਬਾਦਲ ਸਾਹਿਬ ਨੂੰ 3 ਦਸੰਬਰ 2021 ਨੂੰ ਇੱਕ ਹੋਰ ਸਟੇਟਮੈਂਟ ਜਾਰੀ ਕਰਨੀ ਪਈ, ਵੀਡੀਓ ਰਿਕਾਰਡਿੰਗ ਜਾਰੀ ਕਰਨੀ ਪਈ ਕਿ ਕਿਸਾਨ ਦੇਸ਼ ਦਾ ਬਹੁਤ ਦੁਖੀ ਆ, ਪੰਜਾਬ ਦਾ ਕਿਸਾਨ ਦੁਖੀ ਆ, ਹਰਿਆਣੇ ਦਾ ਕਿਸਾਨ ਦੁਖੀ ਆ, ਤੇ ਇਹ ਹਾਲਾਤਾਂ ਦੇ ਵਿੱਚ ਸੈਂਟਰ ਸਰਕਾਰ ਨੂੰ ਬਿੱਲ ਵਾਪਸ ਲੈਣੇ ਚਾਹੀਦੇ ਨੇ। ਤੇ ਬਾਦਲ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਕਿਸਾਨ ਇੰਨਾ ਦੁਖੀ ਆ, ਉਸ ਦੁਖੀ ਹਾਲਾਤਾਂ ਦੇ ਵਿੱਚ ਉਹ ਖੁਦ ਇੰਨਾ ਜ਼ਿਆਦਾ ਦੁਖੀ ਨੇ, ਤੇ ਉਹ ਦੁਖੀ ਮਨ ਦੇ ਨਾਲ ਜਿਹੜਾ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਵਿਭੂਸ਼ਣ ਦਿੱਤਾ ਨੇ, ਉਹ ਵਾਪਸ ਕਰ ਰਹੇ ਨੇ, ਮੋੜ ਰਹੇ ਨੇ। ਇਹ ਜਿਹੜਾ ਪਦਮ ਭੂਸ਼ਣ ਮੈਨੂੰ ਗੌਰਮੈਂਟ ਨੇ, ਜੋ ਮੈਂ ਆਪਣੀ ਜ਼ਿੰਦਗੀ ਵਿੱਚ ਸੇਵਾ ਕੀਤੀ ਹੈ ਦੇਸ਼ ਦੀ, ਪੰਜਾਬ ਦੀ, ਕਿਸਾਨਾਂ ਦੀ, ਉਸ ਕਰਕੇ ਮੈਨੂੰ ਇਹ ਮਿਲਿਆ ਸੀ। ਲੇਕਿਨ ਜਦੋਂ ਅੱਜ ਸਭ ਤੋਂ ਵੱਡੀ ਆਬਾਦੀ 70% ਕਿਸਾਨੀ ਜਿਹੜੀ ਹੈ ਉਹ ਦੁਖੀ ਹੈ, ਤਾਂ ਫਿਰ ਮੈਨੂੰ ਇਸ ਜਿਹੜਾ ਖਿਤਾਬ ਮਿਲਿਆ ਸੀ ਇਹਦਾ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ। ਇਸੇ ਲਈ ਮੈਂ ਬੜੇ ਦੁਖੀ ਹੋ ਕੇ ਇਹ ਖਿਤਾਬ ਜਿਹੜਾ ਵਾਪਸ ਕੀਤਾ ਹੈ। ਮੈਂ ਰੋਜ਼ ਟੀਵੀ ਰਾਹੀਂ ਜੋ ਕੁਝ ਹੋ ਰਿਹਾ ਹੈ ਕਿਸਾਨ ਐਜੀਟੇਸ਼ਨ ਦੇ ਵਿੱਚ, ਜਿਸ ਤਰ੍ਹਾਂ ਦੇ ਕਿਸਾਨ, ਬਜ਼ੁਰਗ, ਨੌਜਵਾਨ, ਬੀਬੀਆਂ ਇਸ ਤਰ੍ਹਾਂ ਦੁੱਖ ਭੋਗ ਰਹੀਆਂ ਹਨ, ਉਹਨਾਂ ਦਾ ਮੇਰੇ ਮਨ ਤੇ ਬਹੁਤ ਵੱਡਾ ਅਸਰ ਹੈ। ਭਾਵੇਂ ਮੈਂ ਸਰੀਰਕ ਤੌਰ ਤੇ ਉੱਥੇ ਨਹੀਂ ਗਿਆ ਕਿਉਂਕਿ ਮੇਰੀ ਸਿਹਤ ਢਿੱਲੀ ਹੈ, ਲੇਕਿਨ ਮੇਰੀ ਆਤਮਾ ਜਿਹੜੀ ਹੈ ਉਹ ਸਾਰੀ ਉੱਥੇ ਹੈ। ਔਰ ਮੈਂ ਹੈਰਾਨ ਹੁੰਨਾ ਕਿ ਕਿਹੋ ਜਿਹੀਆਂ ਸਰਕਾਰਾਂ ਹਨ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਰੋਟੀ ਦਿੰਦੇ ਹੈ, ਜਿਨ੍ਹਾਂ ਦੇ ਸਿਰ ਤੇ ਸਾਰਾ ਹਿੰਦੁਸਤਾਨ ਅੰਨਦਾਤਾ ਨੇ ਉਹਨਾਂ ਨੂੰ ਭੋਜਨ ਦਿੱਤਾ ਹੈ, ਅੱਜ ਉਹ ਸਾਰੀ ਗੱਲ ਭੁਲਾਈ ਬੈਠੇ ਹਨ। ਇਸ ਲਈ ਇਹ ਦੁੱਖ ਜਿਹੜਾ ਹੈ ਇਹ ਸਹਾਰਨਾ ਬੜਾ ਔਖਾ ਹੈ। ਔਰ ਇਹ ਸਾਰਾ ਦੇਸ਼ ਜਿਸ ਤਰ੍ਹਾਂ ਦਾ ਮੇਰਾ ਦੁੱਖ ਹੈ, ਦੁੱਖ ਮੈਂ ਮਹਿਸੂਸ ਕਰ ਰਿਹਾ, ਇਸ ਤਰ੍ਹਾਂ ਸਾਰਾ ਦੇਸ਼ ਹੀ ਦੁੱਖ ਮਹਿਸੂਸ ਕਰ ਰਿਹਾ। ਉਹ ਕਿਵੇਂ ਅਜਿਹੇ ਵਾਰਡ ਰੱਖ ਸਕਦੇ ਨੇ ਜਦ ਦੇਸ਼ ਦਾ ਅੰਨਦਾਤਾ ਹੀ ਇੰਨਾ ਜ਼ਿਆਦਾ ਦੁਖੀ ਆ। ਇਹ ਜੂ ਟਰਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੈਣਾ ਪਿਆ, ਇਹ ਹੈਰਾਨ ਕਰਦਾ ਹੈਗਾ ਕਿ ਪਹਿਲਾਂ ਤਾਰੀਫਾਂ ਫਿਰ ਬਦਕੋਈਆਂ, ਪਹਿਲਾਂ ਵਜ਼ੀਰੀਆਂ ਲਈਆਂ ਫਿਰ ਵਜ਼ੀਰੀਆਂ ਛੱਡੀਆਂ, ਪਹਿਲਾਂ ਖਿਤਾਬ ਮਿਲੇ ਫਿਰ ਖਿਤਾਬ ਵਾਪਸ ਮੋੜਨੇ ਪਏ।
ਔਰ ਉਸ ਤੋਂ ਵੱਡੀ ਗੱਲ ਆ ਕਿ ਜਿਹੜਾ ਕਿ 1 ਸਾਲ ਹੋ ਗਿਆ 12 ਸਤੰਬਰ 2020 ਤੋਂ ਲੈ ਕੇ ਤੇ ਅੱਜ ਤੱਕ, ਮਤਲਬ 1 ਸਾਲ ਹੋ ਗਿਆ। ਇਹਨਾਂ 1 ਸਾਲ ਦੇ ਵਿੱਚ ਵਜ਼ੀਰੀ ਵੀ ਛੱਡੀ, ਗੱਠਜੋੜ ਵੀ ਤੋੜੇ, ਖਿਤਾਬ ਵੀ ਮੋੜੇ ਕਿ ਅਕਾਲੀ ਦਲ ਦੇ ਪੈਰ ਕਿਉਂ ਨਹੀਂ ਲੱਗ ਰਹੇ ਹੈਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਬਹੁਤ ਸਾਰੀ ਮਿਹਨਤ ਕਰ ਰਹੇ, ਉਹਨਾਂ ਨੂੰ ਪਤਾ ਕਿ ਪਾਰਟੀ ਨੇ ਸਰਵਾਈਵ ਕਰਨਾ ਤੇ ਪਿੰਡਾਂ 'ਚ ਜਾਣਾ ਪਊਗਾ, ਰੈਲੀਆਂ ਕਰਨੇ ਪੈਣਗੇ, ਧਰਨੇ ਕਰਨੇ ਦੇਣੇ ਪੈਣਗੇ, ਲੋਕਾਂ ਨੂੰ ਜੋੜਨਾ ਪਏਗਾ। ਲੇਕਿਨ ਹਾਲੇ ਤੱਕ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਹੈਗੇ। ਮਤਲਬ ਇੰਨਾ ਕੁਛ ਗਵਾਉਣ ਦੇ ਬਾਵਜੂਦ ਹਜੇ ਤੱਕ ਕੁਛ ਪੱਲੇ ਨਹੀਂ ਪੈ ਰਿਹਾ। ਹੁਣ ਸੁਖਬੀਰ ਸਿੰਘ ਬਾਦਲ ਨੇ ਗੱਲ ਪੰਜਾਬ ਦੀ ਸ਼ੁਰੂ ਕੀਤੀ ਸੀ। ਪਹਿਲਾਂ ਉਹਨਾਂ ਨੇ ਕੰਪੇਨ ਚਲਾਈ ਕਿ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਕਹਿ ਰਹੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਅਕਾਲੀ ਦਲ ਨੇ ਕੰਪੇਨ ਚਲਾਈ ਪੁੱਛਦਾ ਹੈ ਪੰਜਾਬ ਕਿ 5 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀ ਕੀਤਾ। ਉਸ ਤੋਂ ਬਾਅਦ ਗੱਲ ਪੰਜਾਬ ਦੀ, ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਛਲੇ 10 ਸਾਲਾਂ ਜੋ ਕੀਤਾ 2007 ਤੋਂ ਲੈ ਕੇ 2017 ਤੱਕ, ਵੀ ਜੋ ਅਕਾਲੀ ਦਲ ਦੀ ਸਰਕਾਰ ਨੇ ਉਸ ਸਮੇਂ ਅਚੀਵਮੈਂਟ ਕੀਤੀਆਂ, ਪ੍ਰਾਪਤੀਆਂ ਕੀਤੀਆਂ, ਉਹ ਦੱਸੀਆਂ ਜਾ ਰਹੀਆਂ ਸੀ। ਗੱਲ ਪੰਜਾਬ ਦੀ ਨਾਲ ਲੋਕਾਂ ਕੋਲ ਪੁੱਛਿਆ ਜਾ ਰਿਹਾ ਸੀ, ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਕਿ ਅੱਗੇ ਕੀ ਕੀਤਾ ਜਾ ਸਕਦਾ। ਗੱਲ ਪੰਜਾਬ ਦੀ ਸ਼ੁਰੂ ਕੀਤੀ ਸੀ ਕਿ 100 ਦਿਨ ਹੋਣਗੇ, 100 ਦਿਨ ਦੀ ਯਾਤਰਾ ਹੋਊ, ਲੇਕਿਨ ਕਿਸਾਨਾਂ ਦਾ ਫਿਰ ਜਿੱਥੇ ਵੀ ਗਏ ਕਿਸਾਨਾਂ ਨੇ ਵਿਰੋਧ ਕੀਤਾ, ਚਾਹੇ ਗਿੱਦੜਬਾਹ ਗਏ ਹੋਣ, ਚਾਹੇ ਜੀਰੇ ਗਏ ਹੋਣ, ਚਾਹੇ ਮੋਗੇ ਗਏ ਹੋਣ, ਕੋਈ ਵੀ ਇੱਦਾਂ ਦਾ ਦਿਨ ਨਹੀਂ ਸੀ ਜਿਸ ਦਿਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਨਹੀਂ ਹੋਇਆ। ਫਿਰ ਕਿਸਾਨਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਗਾ, ਜਿੱਥੇ ਵਿਰੋਧ ਹੁੰਦਾ ਸੀ ਉੱਥੇ ਪੁੱਛਣਾ ਕਿਸਾਨਾਂ ਨੇ ਕਿ ਸਾਨੂੰ ਦੱਸੋ ਕਿ ਪਹਿਲਾਂ ਬਿੱਲ ਕਿਉਂ ਚੰਗੇ ਲੱਗੇ, ਹੁਣ ਬਿੱਲ ਕਿਉਂ ਮਾੜੇ ਲੱਗੇ ਨੇ। ਪਹਿਲਾਂ ਤੁਸੀਂ ਹੱਕ ਦੇ ਵਿੱਚ ਬੋਲਦੇ ਸੀ, ਫਿਰ ਪਾਰਲੀਮੈਂਟ ਦੇ ਬਾਹਰ ਤੁਸੀਂ ਤਖਤੀਆਂ ਫੜ ਕੇ ਇਹ ਦੱਸਣ ਦਾ ਯਤਨ ਕਰਦੇ ਰਹੇ ਕਿ ਬਿੱਲ ਮਾੜੇ ਨੇ। ਫਿਰ ਕਿਸਾਨਾਂ ਵਿਰੋਧ ਕਰਦੇ ਸੀ ਮੋਗੇ ਦੇ ਵਿੱਚ, ਤੇ ਫਿਰ ਪੁਲਿਸ ਨੇ ਕਿਸਾਨ ਕੁੱਟੇ। ਉਹ ਕਾਫੀ ਵਿਰੋਧੀ ਤੇ ਹਾਰ ਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜੀ ਪ੍ਰੋਗਰਾਮ ਸੀ ਗੱਲ ਪੰਜਾਬ ਦੀ 100 ਦਿਨ 100 ਯਾਤਰਾ, ਉਹ ਗੱਲ ਪੰਜਾਬ ਦੀ ਵਿੱਚੇ ਰੁਕਣੀ ਪਈ। ਪਰ ਨਾਲ ਦੀ ਨਾਲ ਕਿਉਂਕਿ ਹੁਣ ਕਿਸਾਨਾਂ ਨੇ ਪੰਜਾਬ ਦੇ ਨੇ ਜਿੰਨੀਆਂ 32 ਜਥੇਬੰਦੀਆਂ ਨੇ ਕਚਹਿਰੀ ਲਾਈ ਸੀ ਕੱਲ੍ਹ, ਉਸ ਕਚਹਿਰੀ 'ਚ ਕਿਸਾਨਾਂ ਨੇ ਕਹਿ ਦਿੱਤਾ ਕਿ ਹਲੇ ਤੇ ਚੋਣ ਜਾਬਤਾ ਵੀ ਨਹੀਂ ਲੱਗਾ, ਚੋਣਾਂ ਘੋਸ਼ਿਤ ਵੀ ਨਹੀਂ ਹੋਈਆਂ, ਤੇ ਤੁਹਾਨੂੰ ਕਿਸ ਚੀਜ਼ ਦੀ ਕਾਹਲੀ ਆ ਕਿ ਤੁਸੀਂ ਹੁਣ ਤੋਂ ਹੀ ਚੋਣ ਪ੍ਰਚਾਰ ਰੈਲੀਆਂ ਕਰ ਰਹੇ ਹੋ। ਤੁਹਾਡੀਆਂ ਚੋਣ ਪ੍ਰਚਾਰ ਰੈਲੀਆਂ ਦੇ ਨਾਲ ਸਾਡਾ ਅੰਦੋਲਨ ਫੇਲ ਹੋ ਰਿਹਾ, ਜਾਂ ਸਾਡਾ ਅੰਦੋਲਨ ਕਿਤੇ ਕਮਜ਼ੋਰ ਨਾ ਹੋ ਜਾਵੇ। ਇਸ ਕਰਕੇ ਕੱਲ੍ਹ ਸਾਰਿਆਂ ਦੀ ਜਵਾਬ ਤਲਬੀ ਹੋਈ। ਉਹਨਾਂ ਨੇ ਕਿਸਾਨਾਂ ਨੇ ਆਪਣਾ ਪੱਖ ਰੱਖਿਆ, ਪਾਰਟੀਆਂ ਨੇ ਆਪਣਾ ਪੱਖ ਰੱਖਿਆ। ਹੁਣ ਤੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਨਹੀਂ ਕਰਨਗੀਆਂ ਜਦ ਤੱਕ ਚੋਣ ਘੋਸ਼ਣਾ ਪੱਤਰ ਨਹੀਂ ਹੁੰਦਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਨੂੰ ਦੱਸੋ ਕਿ ਅਸੀਂ ਪ੍ਰਚਾਰ ਕਿਵੇਂ ਕਰ ਸਕਦੇ ਹੈਗੇ, ਸਾਨੂੰ ਤੌਰ ਤਰੀਕਾ ਦੱਸੋ। ਇੱਕ ਸਾਲ ਉਹ ਸੀ ਕਰੀਬ ਜਿਹਦੇ 'ਚ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ ਪੱਖ ਪੂਰਿਆ। ਫਿਰ 12 ਸਤੰਬਰ 2020 ਤੋਂ ਲੈ ਕੇ ਹੁਣ 12 ਸਤੰਬਰ 2021 ਤੱਕ 1 ਸਾਲ ਹੋ ਗਿਆ। 1 ਸਾਲ ਦੇ ਵਿੱਚ ਅਕਾਲੀ ਦਲ ਨੇ ਕੀ ਖੱਟਿਆ, ਕੀ ਗਵਾਇਆ, ਕੀ ਕਮਾਇਆ, ਇਹ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਚੰਗੇ ਖਿਡਾਰੀ ਵੀ ਉਹ ਸਾਬਤ ਹੋ ਚੁੱਕੇ ਜਦੋਂ ਉਹਨਾਂ ਨੇ ਦੂਜੀ ਵਾਰ ਸਰਕਾਰ ਬਣਾਈ ਸੀ, ਪਰ ਉਹਨਾਂ ਨੂੰ ਲੱਗਦਾ ਕਿ ਹੁਣ ਮੁਕਾਬਲਾ ਕਰਨਾ ਤੇ ਮੈਦਾਨ 'ਚ ਉਤਰਨਾ ਪਊਗਾ, ਰੈਲੀਆਂ ਕਰਨੀਆਂ ਪੈਣਗੀਆਂ। ਹਾਲਾਂਕਿ ਉਹਨਾਂ ਰੋਕਣੀਆਂ ਪਈਆਂ, ਲੇਕਿਨ ਰੈਲੀਆਂ ਦੇ ਦੌਰਾਨ ਉਹ 24 ਉਮੀਦਵਾਰ ਵੀ ਡਿਕਲੇਅਰ ਕਰ ਚੁੱਕੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ। ਬਸਪਾ ਦੇ ਨਾਲ ਗੱਠਜੋੜ ਵੀ ਜੋ ਬਣਾ ਲਿਆ, ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਸੀ ਹੁਣ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਆ। ਔਰ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਘਰ ਵਾਲਾ ਗੱਠਜੋੜ ਬਣ ਗਿਆ ਕਿ ਕਦੀ ਸੀਟ ਆ ਬਦਲਤੀ, ਇੱਥੇ ਨਵੀਂ ਸੀਟ ਦੇ ਦਿੱਤੀ, ਇਸ ਸੀਟ 'ਤੇ ਏ ਰੱਖਿਆ, ਏ ਨੂੰ ਚੱਕ ਕੇ ਬੀ ਨੂੰ ਭੇਜਤਾ, ਬੀ ਨੂੰ ਰੱਖ ਕੇ ਸੀ 'ਚ ਭੇਜਤਾ। ਮਤਲਬ ਸੀਟਾਂ ਦਾ ਫੇਰ ਬਦਲ ਜਾਂ ਵੱਟੇ ਚੱਲ ਹੀ ਰਹੇ ਨੇ, ਜਾਂ ਬਦਲਾਅ ਚੱਲ ਹੀ ਰਹੇ ਹੈਗੇ ਨੇ। ਸੁਖਬੀਰ ਸਿੰਘ ਬਾਦਲ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਕਿਸਾਨੀ ਅੰਦੋਲਨ ਕਰਕੇ ਪਾਰਟੀ ਤੋਂ ਖਫਾ ਸੀ, ਚਾਹੇ ਅਨਿਲ ਜੋਸ਼ੀ ਸਨ, ਚਾਹੇ ਕਮਲ ਚੇਤਲੀ, ਜਾਂ ਜਿੰਨੇ ਵੀ ਲੋਕ ਸ਼ਾਮਲ ਹੋਏ ਨੇ, ਉਹ ਸਾਰੇ ਹੁਣ ਅਕਾਲੀ ਦਲ ਦੇ ਬੁਲਾਰੇ ਜਾਂ ਅਕਾਲੀ ਦਲ ਦੇ ਲੀਡਰ ਬਣ ਚੁੱਕੇ ਨੇ। ਉਹਨਾਂ ਨੂੰ ਸੀਟਾਂ ਵੀ ਮਿਲ ਚੁੱਕੀਆਂ ਨੇ। ਪਰ ਗੱਲ ਇਹ ਹੈ ਕਿ
12 ਸਤੰਬਰ 2020 ਤੋਂ ਲੈ ਕੇ 12 ਸਤੰਬਰ 2021 ਤੱਕ ਅਕਾਲੀ ਦਲ ਨੇ ਕੀ ਖੱਟਿਆ, ਕੀ ਕਮਾਇਆ, ਕੀ ਗਵਾਇਆ? ਇੱਕ ਵੱਡਾ ਸਵਾਲ ਆ ਕਿ ਕੁੱਲ ਮਿਲਾ ਕੇ ਵਜ਼ੀਰੀਆਂ ਛੱਡਣੀਆਂ ਪਈਆਂ, ਖਿਤਾਬ ਮੋੜਨੇ ਪਏ, ਗੱਠਜੋੜ ਤੋੜਨੇ ਪਏ, ਸਭ ਕੁਝ ਗਵਾਉਣ ਦੇ ਬਾਵਜੂਦ ਪੱਲੇ ਕੀ ਪਿਆ? ਲਾਜ਼ਮੀ ਤੌਰ 'ਤੇ ਇਸ ਸਵਾਲ ਦਾ ਜਵਾਬ ਤੁਸੀਂ ਵੀ ਲੱਭਣ ਦਾ ਯਤਨ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਦਾ ਸਮਰ ਨਿਊਜ਼।